ਪਿਛਲੇ 3 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨੇ ਕਿਸਾਨ ਅਤੇ ਮਜ਼ਦੂਰਾਂ ਦੇ ਮਸਲਿਆਂ ਨੂੰ, ਜੋ ਬੜੇ ਹੀ ਚਿਰ ਤੋਂ ਹਾਸ਼ੀਏ 'ਤੇ ਹਨ, ਬੜੀ ਹੀ ਬੁਲੰਦ ਆਵਾਜ਼ ਨਾਲ ਚੱਕਿਆ ਹੈ। ਅੱਜ ਇਸ ਸੰਘਰਸ਼ ਦੀ ਚਰਚਾ ਵਿਸ਼ਵ ਪੱਧਰ 'ਤੇ ਹੋ ਰਹੀ ਹੈ ਅਤੇ ਇਹ ਸੰਘਰਸ਼ ਬੜੀ ਹੀ ਤੇਜ਼ੀ ਨਾਲ ਆਪਣੀ ਚਰਮ ਸੀਮਾ ਵੱਲ ਵਧ ਰਿਹਾ ਹੈ। ਪਰ ਕੁਝ ਕੁ ਸ਼ਰਾਰਤੀ ਅਤੇ ਬੇਈਮਾਨ ਅਨਸਰ ਜੋ ਇਸ ਸੰਘਰਸ਼ ਵਿੱਚ ਘੁਸਪੈਠ ਕਰ ਚੁੱਕੇ ਹਨ, ਉਹ ਸਮੇਂ-ਸਮੇਂ ਉੱਤੇ ਗੁੰਮਰਾਹਕੁਨ ਪ੍ਰਚਾਰ ਕਰਕੇ ਲੋਕਾਂ ਨੂੰ ਪਾੜਨ ਅਤੇ ਤਣਾਅ ਪੈਦਾ ਕਰਨ ਦਾ ਕੰਮ ਕਰਦੇ ਹਨ। ਇਸੇ ਹੀ ਲੜੀ ਵਿੱਚ ਇੱਕ ਜੋ ਨਵਾਂ ਗੁੰਮਰਾਹਕੁਨ ਪ੍ਰਚਾਰ ਚੱਲਿਆ ਹੈ, ਉਹ ਹੈ ਕਮਿਊਨਿਸਟ ਵਿਚਾਰਧਾਰਾ ਅਤੇ ਸਿੱਖ ਵਿਚਾਰਧਾਰਾ ਨੂੰ ਇੱਕ ਦੂਸਰੇ ਦੇ ਖਿਲਾਫ ਖੜ੍ਹੇ ਕਰਕੇ ਟਕਰਾਅ ਪੈਦਾ ਕਰਨਾ। ਕੀ ਵਾਕਈ ਹੀ ਕਮਿਊਨਿਸਟ ਵਿਚਾਰਧਾਰਾ ਅਤੇ ਸਿੱਖ ਵਿਚਾਰਧਾਰਾ ਇੱਕ ਦੂਸਰੇ ਦੇ ਇੰਨੀਆਂ ਉਲਟ ਹਨ ਕਿ ਉਹ ਇੱਕ ਜਗ੍ਹਾ ਇਕੱਤਰਿਤ ਹੋ ਕੇ ਕਿਸੇ ਇੱਕ ਸਮਾਜਿਕ ਟੀਚੇ ਨੂੰ ਸਰ ਨਹੀਂ ਕਰ ਸਕਦੀਆਂ? ਇਸ ਦਾ ਅਧਿਐਨ ਅੱਜ ਅਸੀਂ ਕਰਾਂਗੇ। ਕਮਿਊਨਿਸਟ ਵਿਚਾਰਧਾਰਾ ਇੱਕ ਤਬਕੇ ਵੱਲੋਂ ਸਮਾਜ ਦੇ ਦੂਸਰੇ ਤਬਕੇ ਦੇ ਹੋ ਰਹੇ ਸ਼ੋਸ਼ਣ ਦੇ ਖਿਲਾਫ ਹੈ। ਉਹ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਤਾਕਤ ਵਿੱਚ ਲਿਆਉਣ ਦੀ ਗੱਲ ਕਰਦੀ ਹੈ ਅਤੇ ਸਮਾਜ ਵਿੱਚ ਚੱਲ ਰਹੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦੇ ਖਿਲਾਫ ਹੈ। ਕਾਰਲ ਮਾਰਕਸ ਆਪਣੇ ਕਮਿਊਨਿਸਟ ਮੈਨੀਫੈਸਟੋ ਵਿੱਚ ਆਖਦਾ ਹੈ ਕਿ ਹੇ ਦੁਨੀਆ ਦੇ ਮਜ਼ਦੂਰੋ, ਸੰਗਠਿਤ ਹੋਵੋ, ਤੁਹਾਡੇ ਕੋਲ ਖੋਣ ਨੂੰ ਕੁਝ ਨਹੀਂ ਹੈ, ਸਿਰਫ ਤੁਹਾਡੀਆਂ ਜ਼ੰਜੀਰਾਂ ਹਨ। ਵਰਕਰਸ ਆਫ ਦਾ ਵਰਲਡ ਯੂਨਾਈਟ, ਯੂ ਹੈਵ ਨਥਿੰਗ ਟੂ ਲੂਜ਼ ਬਟ ਯੋਰ ਚੇਨਸ। ਕਮਿਊਨਿਸਟ ਵਿਚਾਰਧਾਰਾ ਕਿਸੇ ਵੀ ਤਰ੍ਹਾਂ ਦੇ ਰੱਬ ਦੀ ਹੋਂਦ ਤੋਂ ਮੁਨਕਰ ਹੈ। ਜੇ ਅਸੀਂ ਸਿੱਖ ਧਰਮ ਦੇ ਸਮਾਜਿਕ ਸਰੋਕਾਰਾਂ 'ਤੇ ਝਾਤ ਮਾਰੀਏ ਤਾਂ ਸਿੱਖ ਧਰਮ ਨੇ ਹਮੇਸ਼ਾ ਹੀ ਦਬੇ ਕੁਚਲੇ ਮਜ਼ਲੂਮ ਲੋਕਾਂ ਨੂੰ, ਸਮਾਜ ਵੱਲੋਂ ਸ਼ੋਸ਼ਿਤ ਲੋਕਾਂ ਨੂੰ ਸੰਗਠਿਤ ਕਰਕੇ ਜ਼ੁਲਮ ਦੇ ਖਿਲਾਫ ਆਵਾਜ਼ ਵੀ ਚੁੱਕੀ ਹੈ ਅਤੇ ਤਲਵਾਰ ਵੀ ਚੁੱਕੀ ਹੈ। ਚਾਹੇ ਉਹ ਗੁਰੂ ਨਾਨਕ ਦੇਵ ਜੀ ਵੱਲੋਂ ਹੱਥੀਂ ਕਿਰਤ ਕਰਕੇ ਕਿਰਤ ਕਰਨ ਦਾ ਸੰਦੇਸ਼ ਦੇਣਾ, ਚਾਹੇ ਮਲਕ ਭਾਗੋ ਦੀ ਕਮਾਈ ਅਤੇ ਉਸ ਦਾ ਨਿਉਤਾ ਠੁਕਰਾ ਕੇ ਭਾਈ ਲਾਲੋ ਦੀ ਹੱਕ ਹਲਾਲ ਦੀ ਰੋਟੀ ਖਾਣਾ, ਚਾਹੇ ਉਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਕਰਕੇ ਸਮਾਜ ਵਿੱਚ ਊਚ ਨੀਚ ਦਾ ਭੇਦਭਾਵ ਮਿਟਾਉਣਾ, ਜਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇ ਕੇ ਨਵਾਜ਼ਣਾ। ਸਿੱਖ ਇਤਿਹਾਸ ਵਿੱਚ ਗਰੀਬਾਂ, ਕਿਸਾਨਾਂ, ਮਜ਼ਦੂਰਾਂ, ਮਜ਼ਲੂਮਾਂ ਲਈ ਖੜ੍ਹਨ ਦਾ ਇਤਿਹਾਸ ਬੜਾ ਹੀ ਲੰਬਾ ਹੈ ਅਤੇ ਇਸ ਦੀਆਂ ਅਨੇਕਾਂ ਹੀ ਉਦਾਹਰਨਾਂ ਸਾਨੂੰ ਮਿਲਦੀਆਂ ਹਨ। ਪਰ ਹਾਂ, ਧਰਮ ਦਾ ਘੇਰਾ ਸਿਰਫ ਸਮਾਜ ਸੁਧਾਰ ਉੱਤੇ ਖਤਮ ਨਹੀਂ ਹੁੰਦਾ। ਧਰਮ ਦਾ ਘੇਰਾ ਬੜਾ ਵਿਸ਼ਾਲ ਹੈ। ਸਨਾਤਨ ਧਰਮ ਆਖਦਾ ਹੈ, ਅਯਮ ਨਿਜ ਪਰਵੇਤੀ ਗਣਨਾਏ ਲਘੂ ਚੇਤ ਸਾਮ, ਉਦਾਰ ਚਰਿਤਾਣਾ ਤੂੰ ਵਸੁਦੈਵ ਕੁਟੁੰਬਕਮ। ਕਿ ਜੋ ਸੰਕੀਰਨ ਸੋਚ ਵਾਲੇ ਹਨ ਉਹ ਤੇਰ ਮੇਰ ਕਰਕੇ ਸਮਾਜ ਵਿੱਚ ਵੰਡੀਆਂ ਪਾਉਂਦੇ ਹਨ, ਪਰ ਜੋ ਖੁੱਲ੍ਹਦਿਲੇ ਲੋਕ ਹਨ ਉਹ ਸਾਰੇ ਦੁਨੀਆ ਨੂੰ ਹੀ ਆਪਣਾ ਇੱਕ ਪਰਿਵਾਰ ਸਮਝਦੇ ਹਨ। ਸੋ ਕੀ ਇਹਨਾਂ ਸਮਾਜਿਕ ਸਰੋਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਇਹ ਕਹਿ ਸਕਦੇ ਹਾਂ ਕਿ ਕਮਿਊਨਿਸਟ ਵਿਚਾਰਧਾਰਾ ਅਤੇ ਸਿੱਖ ਵਿਚਾਰਧਾਰਾ ਇੱਕ ਦੂਸਰੇ ਦੇ ਇਸ ਤਰ੍ਹਾਂ ਉਲਟ ਹੈ ਜਾਂ ਟਕਰਾਅ ਵਿੱਚ ਹੈ ਕਿ ਉਹ ਇੱਕ ਟੀਚਾ ਇਕੱਠੀਆਂ ਹੋ ਕੇ ਸਰ ਨਹੀਂ ਕਰ ਸਕਦੀਆਂ? ਕਮਿਊਨਿਸਟ ਵਿਚਾਰਧਾਰਾ ਅਤੇ ਸਿੱਖਾਂ ਦੇ ਇਕੱਤਰਿਤ ਹੋਣ ਦੇ ਕਈ ਇਤਿਹਾਸਿਕ ਸਾਨੂੰ ਐਗਜ਼ਾਮਪਲਸ ਵੀ ਮਿਲਦੀਆਂ ਹਨ। 1967 ਦੀ ਅਕਾਲੀ ਗਵਰਨਮੈਂਟ, ਜਿਸ ਦੇ ਕਿ ਮੁਖੀ ਜਸਟਿਸ ਗੁਰਨਾਮ ਸਿੰਘ ਸਨ, ਉਹ ਕਮਿਊਨਿਸਟ ਪਾਰਟੀਆਂ ਦੀ ਸਹਿਮਤੀ ਅਤੇ ਸਹਿਯੋਗ ਨਾਲ ਹੀ ਬਣੀ ਸੀ। ਇਸ ਕਿਸਾਨ ਸੰਘਰਸ਼ ਵਿੱਚ ਇਹ ਦੋਵੇਂ ਵਿਚਾਰਧਾਰਾ ਇੱਕ ਅਜਿਹੀ ਵਿਚਾਰਧਾਰਾ ਦੇ ਖਿਲਾਫ ਲੜ ਰਹੀਆਂ ਹਨ ਜੋ ਸਮਾਜ ਵਿੱਚ ਫੁੱਟ ਪਾ ਕੇ ਸਮਾਜ ਦਾ ਸ਼ੋਸ਼ਣ ਕਰਨ ਅਤੇ ਸਮਾਜ ਵਿੱਚ ਵੰਡੀਆਂ ਪਾਉਣ ਵਿੱਚ ਯਕੀਨ ਰੱਖਦੀ ਹੈ। ਇਸ ਲਈ ਇਹਨਾਂ ਦੋਵੇਂ ਹੀ ਵਿਚਾਰਧਾਰਾ ਨੂੰ ਆਪਣਾ ਸਾਂਝਾ ਇਤਿਹਾਸ ਅਤੇ ਆਪਣੀ ਸਾਂਝੀ ਲੋਕ ਪੱਖੀ ਵਿਰਾਸਤ ਨੂੰ ਸਮਝ ਕੇ ਇਕੱਤਰਿਤ ਹੋਣਾ ਚਾਹੀਦਾ ਹੈ ਅਤੇ ਇਸ ਕਿਸਾਨ ਸੰਘਰਸ਼ ਨੂੰ ਕਾਮਯਾਬੀ ਵੱਲ ਲਿਜਾਉਣਾ ਚਾਹੀਦਾ ਹੈ।